ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV ਪੰਜਾਬ ਚਰਚਾ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਇਸ ਤੋਂ ਪਹਿਲਾਂ ਕਿ ਅਸੀਂ ਪੰਜਾਬ ਦੇ ਮੁੱਦਿਆਂ ਦੇ ਉੱਤੇ, ਭਾਰਤ ਦੇ ਮੁੱਦਿਆਂ ਦੇ ਉੱਤੇ ਗੱਲ ਕਰੀਏ, ਅਸੀਂ ਗੱਲ ਕਰਾਂਗੇ ਭਾਰਤ ਤੇ ਅਮਰੀਕਾ ਦੇ ਸੰਬੰਧ ਬਾਰੇ। ਕੁਝ ਦਿਨ ਪਹਿਲਾਂ ਵਾਈਟ ਹਾਊਸ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਕਿ ਅਸੀਂ ਭਾਰਤ ਦੀ ਲੋਕਤੰਤਰ ਦੀ ਪ੍ਰਣਾਲੀ ਦੇ ਵਿੱਚ ਪੂਰਨ ਵਿਸ਼ਵਾਸ ਰੱਖਦੇ ਹਾਂ। ਜੇ ਕਿਸੇ ਨੂੰ ਵਿਸ਼ਵਾਸ ਨਹੀਂ ਤਾਂ ਉਹ ਭਾਰਤ ਵਿੱਚ ਜਾ ਕੇ ਵੇਖ ਸਕਦਾ ਹੈ ਕਿ ਜਿਸ ਪੱਧਰ ਦੇ ਉੱਤੇ ਜਨਤਾ ਜਾਗਰੂਕ ਹੈ, ਆਪਣੀ ਸਰਕਾਰ ਦੇ ਉੱਤੇ ਪੂਰੀ ਨਜ਼ਰ ਰੱਖਦੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਦੀ ਲੋਕਤੰਤਰ ਦੀ ਵਿਵਸਥਾ ਹੋਰ ਵੀ ਮਜ਼ਬੂਤ ਹੋਵੇਗੀ। ਠੀਕ ਉਸੇ ਤਰ੍ਹਾਂ ਅਮਰੀਕਾ ਦੀ ਲੋਕਤੰਤਰ ਦੀ ਵਿਵਸਥਾ ਵੀ ਪੂਰੀ ਤਰ੍ਹਾਂ ਮਜ਼ਬੂਤ ਹੈ। ਲੋਕ ਪੂਰੀ ਤਰ੍ਹਾਂ ਆਪਣੀਆਂ ਸਰਕਾਰਾਂ ਦੇ ਉੱਤੇ ਨਜ਼ਰ ਰੱਖਦੇ ਨੇ। ਹਾਲਾਂਕਿ ਕਈ ਮੁੱਦਿਆਂ ਦੇ ਉੱਤੇ ਸਹਿਮਤੀ ਨਹੀਂ ਵੀ ਬਣਦੀ ਜਨਤਾ ਤੇ ਸਰਕਾਰਾਂ ਦੇ ਵਿਚਕਾਰ, ਪਰ ਫਿਰ ਵੀ ਮੁੱਦਿਆਂ ਨੂੰ ਹੱਲ ਕੀਤਾ ਜਾਂਦਾ ਹੈ, ਇੱਕ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੋ ਬਾਈਡਨ ਸਾਹਿਬ ਤੇ ਮੋਦੀ ਸਾਹਿਬ ਆਪਸ ਦੇ ਵਿੱਚ ਬਹੁਤ ਵਧੀਆ ਮਿੱਤਰ ਨੇ। ਅਸੀਂ ਅਕਸਰ ਦੇਖਣ ਨੂੰ ਇਹ ਖੁਸ਼ ਹੁੰਦੇ ਰਹਿੰਦੇ ਹਾਂ ਕਿ ਜਿਵੇਂ ਜੱਫੀਆਂ ਪਾ ਕੇ ਮਿਲਦੇ ਨੇ, ਉਹਨਾਂ ਦੀਆਂ ਫੋਟੋਗ੍ਰਾਫਸ ਨਿਊਜ਼ਪੇਪਰਸ ਦੇ ਵਿੱਚ, ਟੈਲੀਵਿਜ਼ਨ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ। ਉੱਥੋਂ ਵੀ ਪਤਾ ਲੱਗਦਾ ਹੈ ਕਿ ਸਾਡੇ ਆਪਸੀ ਸੰਬੰਧ ਕਿੰਨੇ ਪਿਆਰ ਭਰੇ ਨੇ, ਕਿੰਨਾ ਸਹਿਯੋਗ ਮਿਲਦਾ ਹੈ। ਔਰ ਅਜੀਤ ਡੋਵਾਲ ਜੀ ਆਪਣੇ ਹਮਰੁਤਬਾ ਨਾਲ ਮਿਲੇ ਨੇ ਪਿਛਲੇ ਦਿਨੀ। ਅਮਰੀਕਾ ਦੇ ਹਮਰੁਤਬਾ ਦੇ ਨਾਲ ਮਿਲ ਕੇ ਉਹਨਾਂ ਨੇ ਕੁਝ ਇੱਕ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਹੈ ਕਿ ਕਿਹੜੇ-ਕਿਹੜੇ ਖੇਤਰ ਦੇ ਵਿੱਚ ਅਸੀਂ ਆਪਸੀ ਸਹਿਯੋਗ ਵਧਾ ਸਕਦੇ ਹਾਂ। ਕਾਰੋਬਾਰ ਤਾਂ ਹੈ ਹੀ ਹੈ, ਇੰਟਰਨੈਸ਼ਨਲ ਐਂਡ ਇੰਟਰਨਲ ਸਿਕਿਉਰਿਟੀ ਵੀ ਹੈਗੀ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਟੈਕਨੋਲੋਜੀ ਦੀ ਐਕਸਚੇਂਜ ਹੋਣੀ ਹੈ ਉਹਦੇ ਬਾਰੇ ਵੀ ਗੱਲਬਾਤ ਕੀਤੀ ਗਈ। ਕਿਉਂਕਿ ਇਸ ਮਹੀਨੇ ਦੇ ਆਖਿਰ ਦੇ ਵਿੱਚ ਮੋਦੀ ਸਾਹਿਬ ਜਾ ਰਹੇ ਨੇ ਅਮਰੀਕਾ ਆਪਣੀ ਆਫੀਸ਼ੀਅਲ ਵਿਜ਼ਿਟ ਦੇ ਉੱਤੇ। ਉਸ ਤੋਂ ਪਹਿਲਾਂ ਜਿਹੜੀਆਂ ਪਲੈਨਿੰਗਸ ਹੋ ਰਹੀਆਂ ਨੇ ਕਿ ਕਿਹੜੇ-ਕਿਹੜੇ ਮੁੱਦਿਆਂ ਦੇ ਉੱਤੇ ਗੱਲਬਾਤ ਹੋਏਗੀ, ਕਿਹੜੇ-ਕਿਹੜੇ ਮੁੱਦਿਆਂ ਦੇ ਉੱਤੇ ਆਪਸੀ ਡੀਲਸ ਸਾਈਨ ਹੋਣਗੀਆਂ ਤਾਂ ਕਿ ਵਪਾਰਕ ਖੇਤਰ ਦੇ ਵਿੱਚ ਹੋਰ ਵੀ ਜ਼ਿਆਦਾ ਤਰੱਕੀ ਕੀਤੀ ਜਾ ਸਕੇ। ਕਿਉਂਕਿ ਅਸੀਂ ਜਾਣਦੇ ਹਾਂ ਕਿ ਕਰੋਨਾ ਤੋਂ ਬਾਅਦ ਕਾਫੀ ਜ਼ਿਆਦਾ ਮੁਸ਼ਕਿਲਾਂ ਪੈਦਾ ਹੋਈਆਂ ਨੇ ਅਰਥ ਵਿਵਸਥਾ ਦੇ ਵਿੱਚ, ਔਰ ਅਮਰੀਕਾ ਨੂੰ ਸਭ ਤੋਂ ਜ਼ਿਆਦਾ ਜਾਨਾਂ ਵੀ ਗਵਾਉਣੀਆਂ ਪਈਆਂ ਪੂਰੀ ਦੁਨੀਆ ਦੇ ਵਿੱਚ ਆਪਣੇ ਨਾਗਰਿਕਾਂ ਦੀਆਂ, ਤੇ ਉਹਨਾਂ ਦੀ ਇਕਨੋਮੀ ਨੂੰ ਵੀ ਬਹੁਤ ਜ਼ਿਆਦਾ ਧੱਕਾ ਲੱਗਾ। ਬੈਂਕਸ ਦੇ ਬੰਦ ਹੋਣ ਦੀ ਵੀ ਨੌਬਤ ਆਈ, ਤੇ ਹੁਣੇ ਜਾ ਕੇ ਜੋ ਸੀਲਿੰਗ ਲਿੱਤੀ ਗਈ ਹੈ, ਹਟਾਈ ਗਈ ਹੈ, ਵਧਾਈ ਗਈ ਹੈ ਲਿਮਿਟ ਕਿ ਕਿੰਨਾ ਕਰਜ਼ਾ ਲੈ ਸਕਦੀ ਹੈ ਸਰਕਾਰ ਅਮਰੀਕਾ ਦੇ ਵਿੱਚ, ਉਸ ਨੇ ਅਮਰੀਕਾ ਦੀ ਅਰਥ ਵਿਵਸਥਾ ਨੂੰ ਹੁਣ ਜਾ ਕੇ ਸੰਭਾਲਿਆ। ਇਹ ਵੀ ਅਸੀਂ ਦੇਖਿਆ ਹੈ, ਇਹ ਵੀ ਸਿਚੁਏਸ਼ਨਸ ਆਈਆਂ। ਸੋ ਸਹਿਯੋਗ ਇਹ ਵੀ ਹੋਇਆ ਕਿ ਜਦੋਂ ਕਰੋਨਾ ਕਾਲ ਚੱਲ ਰਿਹਾ ਸੀ ਉਦੋਂ ਇੰਡੀਆ ਵੱਲੋਂ ਕਈ ਮੈਡੀਸਿਨਸ ਵੀ ਅਮਰੀਕਾ ਨੂੰ ਭੇਜੀਆਂ ਗਈਆਂ ਕਰੋਨਾ ਦੇ ਨਾਲ ਰਿਲੇਟਡ, ਔਰ ਤਾਂ ਕਿ ਇਸ ਮੁਸ਼ਕਿਲ ਦਾ ਸਾਹਮਣਾ ਕੀਤਾ ਜਾ ਸਕੇ। ਸੋ ਕੁੱਲ ਮਿਲਾ ਕੇ ਸਥਿਤੀ ਇਹ ਹੈ ਕਿ ਆਪਸੀ ਸਹਿਯੋਗ ਬਹੁਤ ਜ਼ਿਆਦਾ ਵਧਿਆ ਹੈ, ਔਰ ਇਸ ਸਹਿਯੋਗ ਨੂੰ ਹੋਰ ਅੱਗੇ ਲੈ ਕੇ ਜਾਣ ਵਾਸਤੇ ਮੀਟਿੰਗਸ ਹੋਣ ਜਾ ਰਹੀਆਂ ਨੇ, ਜਿਸ ਕਰਕੇ ਹੀ ਮੋਦੀ ਸਾਹਿਬ ਆਪਣੀ ਆਫੀਸ਼ੀਅਲ ਵਿਜ਼ਿਟ 'ਤੇ ਅਮਰੀਕਾ ਜਾ ਰਹੇ ਨੇ। ਅੱਗੋਂ ਬਾਈਡਨ ਸਾਹਿਬ ਉਹਨਾਂ ਨੂੰ ਕਿਸ ਤਰ੍ਹਾਂ ਸਵਾਗਤ ਕਰਦੇ ਨੇ, ਔਰ ਉਹ ਕਿਸ ਤਰ੍ਹਾਂ ਤਿਆਰ ਨੇ ਆਪਣੀਆਂ ਸਾਰੀਆਂ ਟੀਮਸ ਦੀਆਂ ਜੋ ਕਾਰੋਬਾਰੀ ਨੀਤੀਆਂ ਨੇ, ਜੋ ਇਕਨੋਮਿਕ ਨੀਤੀਆਂ ਨੇ, ਜੋ ਸਾਇੰਸ ਨੂੰ ਲੈ ਕੇ ਨੀਤੀਆਂ ਨੇ, ਕਿਉਂਕਿ IT ਸੈਕਟਰ ਦੇ ਵਿੱਚ ਅਸੀਂ ਖਾਸ ਤੌਰ 'ਤੇ ਅੱਗੇ ਵਧਣ ਜਾ ਰਹੇ ਹਾਂ। ਸੋ ਇਹ ਸਾਰੀਆਂ ਨੀਤੀਆਂ ਦੇ ਉੱਤੇ ਇੱਕ ਪ੍ਰੀ ਪਲੈਨਿੰਗ ਚੱਲ ਰਹੀ ਹੈ, ਔਰ ਹੋਪਫੁਲੀ ਇਹ ਦੋਵੇਂ ਲੋਕਤੰਤਰ ਮਿਲ ਕੇ ਦੁਨੀਆ ਦੇ ਸਾਹਮਣੇ ਇੱਕ ਮਿਸਾਲ ਕਾਇਮ ਕਰਨਗੇ। ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਇਹ ਦੋਵੇਂ ਦੇਸ਼ ਜਦੋਂ ਆਪਸ ਦੇ ਵਿੱਚ ਮਿਲ ਕੇ ਅੱਗੇ ਵਧਣ ਤਾਂ ਹਰ ਖੇਤਰ ਦੇ ਵਿੱਚ, ਖਾਸ ਕਰਕੇ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਖੂਬ ਤਰੱਕੀ ਕਰਨ, ਕਿਉਂਕਿ ਆਉਣ ਵਾਲਾ ਜੋ ਸਮਾਂ ਹੈ ਪੂਰੀ ਤਰ੍ਹਾਂ ਨਾਲ ਟੈਕਨੋਲੋਜੀ ਦੇ ਉੱਤੇ ਨਿਰਭਰ ਕਰਦਾ ਹੈ। ਇਹਦੇ ਵਿੱਚ ਇੱਕ ਚੀਜ਼ ਦੇਖਣ ਵਾਲੀ ਹੈ, ਜਦੋਂ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਕਰਦੇ ਹਾਂ, ਅਮਰੀਕਾ ਦੇ ਵਿੱਚ ਵੀ ਇਹ ਹਮੇਸ਼ਾ ਚੱਲਦੀ ਰਹਿੰਦੀ ਹੈ ਡਿਸਕਸ਼ਨ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਕਰਕੇ ਕਈ ਲੋਕਾਂ ਦੀਆਂ ਨੌਕਰੀਆਂ ਚੱਲੀਆਂ ਜਾਣਗੀਆਂ, ਔਰ ਕਈ ਜੋ ਵੱਡੇ ਵੱਡੇ ਅਹੁਦਿਆਂ 'ਤੇ ਬੈਠੇ ਨੇ, CEOs ਨੇ, ਉਹਨਾਂ ਦੀਆਂ ਵੀ ਨੌਕਰੀਆਂ ਚੱਲੀਆਂ ਜਾਣਗੀਆਂ, ਕਿਉਂਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਇਸ ਹੱਦ ਤੱਕ ਸਾਨੂੰ ਕੰਟਰੋਲ ਕਰ ਲਵੇਗੀ। ਟਵਿੱਟਰ ਦੇ ਮਾਲਿਕ ਐਲਨ ਮਸਕ ਹਮੇਸ਼ਾ ਇਹ ਗੱਲ ਕਹਿੰਦੇ ਨੇ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਉੱਥੋਂ ਤੱਕ ਕੰਟਰੋਲ ਕਰ ਲਵੋ ਕਿ ਉਹ ਇਨਸਾਨ ਨੂੰ ਨਾ ਕਾਬੂ ਕਰ ਲਵੇ, ਕਿਉਂਕਿ ਉਹ ਇਨਸਾਨ ਦੇ ਕਾਬੂ ਦੇ ਵਿੱਚ ਰਹਿਣੀ ਚਾਹੀਦੀ ਹੈ। ਕਿਉਂਕਿ ਬਹੁਤ ਹੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਐਡਵਾਂਸ ਲੈਵਲ 'ਤੇ ਇਹ ਤਰੱਕੀ ਹੋ ਰਹੀ ਹੈ IT ਇੰਡਸਟਰੀ ਦੇ ਵਿੱਚ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖੇਤਰ ਦੇ ਵਿੱਚ। ਸੋ ਕਾਰੋਬਾਰੀ ਸਹਿਯੋਗ ਦੇ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਇੰਟਰਨਲ ਸਿਕਿਉਰਿਟੀ, ਐਕਸਟਰਨਲ ਸਿਕਿਉਰਿਟੀ, ਰਣਨੀਤਿਕ ਵਪਾਰ, ਇਹ ਕਈ ਨਾਜ਼ੁਕ ਖੇਤਰ ਨੇ ਜਿਹਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਹੈ। ਉਹਦੇ 'ਚ ਪੁਲਾੜ ਵੀ ਆਉਂਦਾ ਹੈ, ਟੈਲੀਕਾਮ ਵੀ ਆਉਂਦਾ ਹੈ, ਰੱਖਿਆ ਦੀ ਬਾਇਓਟੈਕਨੋਲੋਜੀ ਵੀ ਆਉਂਦੀ ਹੈ। ਸੋ ਇਹ ਕੁੱਲ ਮਿਲਾ ਕੇ ਇਹ ਸਾਰੀ ਦੀ ਸਾਰੀ ਜੋ ਵਿਦਿਅਕ ਅਦਾਰਿਆਂ ਦੀ ਟੈਕਨੋਲੋਜੀ ਹੈ, ਇਹਦੇ ਬਾਰੇ ਗੱਲਬਾਤ ਹੋਣ ਜਾ ਰਹੀ ਹੈ। ਔਰ ਇਹਦੇ ਵਿੱਚ ਇੱਕ ਚੀਜ਼ ਧਿਆਨ ਦੇਣ ਯੋਗ ਹੈ ਕਿ ਜੋ ਇਸ ਵਕਤ ਪੂਰੀ ਸਿਚੁਏਸ਼ਨ ਦੁਨੀਆ ਦੇ ਅੰਦਰ ਬਣੀ ਹੋਈ ਹੈ, ਜੰਗਾਂ ਲੱਗੀਆਂ ਹੋਈਆਂ ਨੇ, ਪ੍ਰੈਸ਼ਰਸ ਬਣੇ ਹੋਏ ਨੇ, ਔਰ ਚਾਈਨਾ ਆਪਣੀ ਹੋਂਦ ਨੂੰ ਸਭ ਨੂੰ ਸਵੀਕਾਰ ਕਰਨ ਵਾਸਤੇ ਮਜਬੂਰ ਕਰ ਰਿਹਾ ਹੈ। ਕਦੀ ਕਿਤੇ ਕੋਈ ਨਾ ਕੋਈ ਗੱਲ ਲੈ ਕੇ ਕੋਈ ਬਿਆਨ ਆਉਂਦਾ ਹੈ ਜਾਂ ਕੋਈ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਹੀ ਹਰ ਚੀਜ਼ ਨੂੰ
ਡਿਸਕਸ ਕੀਤਾ ਜਾਏਗਾ, ਕਿਉਂਕਿ ਇਸ ਵਕਤ ਦੁਨੀਆ ਦੀ ਨਜ਼ਰ ਤਿੰਨ ਦੇਸ਼ਾਂ ਦੇ ਉੱਤੇ ਹੈ, ਭਾਰਤ ਨਾਲ ਅਮਰੀਕਾ ਨਾਲ ਚਾਈਨਾ। ਇਹ ਟ੍ਰਾਇੰਗਲ ਜੋ ਬਣੀ ਹੋਈ ਹੈ, ਇਹਦਾ ਨਤੀਜਾ ਕੀ ਨਿਕਲੇਗਾ, ਕਿਉਂਕਿ ਚਾਈਨਾ ਨਾਲ ਜੋ ਸਾਡਾ ਹੈ ਸੰਬੰਧ, ਉਹ ਥੋੜਾ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਪੰਗਾ ਪਿਆ ਹੀ ਰਹਿੰਦਾ ਹੈ ਭਾਰਤ ਦਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ, ਕਿਉਂਕਿ ਅਰੁਣਾਚਲ ਪ੍ਰਦੇਸ਼ ਖਾਸ ਕਰਕੇ ਸਾਡੇ ਝਗੜੇ ਦਾ ਕਾਰਨ ਹੈ। ਅਰੁਣਾਚਲ ਪ੍ਰਦੇਸ਼ ਦਾ ਬਹੁਤ ਵੱਡਾ ਬਾਰਡਰ ਏਰੀਆ ਸਿੱਧਾ ਚਾਈਨਾ ਨਾਲ ਲੱਗਦਾ ਹੈ ਤੇ ਸਾਡਾ ਸਿਰਫ ਇੱਕ ਛੋਟਾ ਜਿਹਾ ਵਿੱਚੋਂ ਰਸਤਾ ਜਿਹਨੂੰ ਆਪਾਂ ਕਹਿੰਦੇ ਹਾਂ ਚਿਕਨ ਨੈਕ, ਉੱਥੋਂ ਨਿਕਲ ਕੇ ਹੀ ਭਾਰਤ ਜਾ ਕੇ ਅਰੁਣਾਚਲ ਪ੍ਰਦੇਸ਼ ਨਾਲ ਆਪਣਾ ਸਹਿਯੋਗ ਬਣਾਉਂਦਾ ਹੈ, ਆਪਣਾ ਸੰਬੰਧ ਬਣਾਉਂਦਾ ਹੈ। ਇਸ ਕਰਕੇ ਭਾਰਤ ਨੂੰ ਖਾਸ ਤੌਰ ਤੇ ਇਹਦੇ ਉੱਤੇ ਧਿਆਨ ਦੇਣਾ ਪੈਂਦਾ ਹੈ। ਦੂਸਰਾ, ਚਾਈਨਾ ਦਾ ਹਮੇਸ਼ਾ ਆਪਣੇ ਬਾਰਡਰਸ ਇਸ਼ੂ ਬਣੇ ਰਹਿੰਦੇ ਨੇ ਹਰੇਕ ਦੇਸ਼ ਦੇ ਨਾਲ, ਉਸ ਦੇ ਉੱਤੇ ਵੀ ਧਿਆਨ ਦੇਣਾ ਪੈਂਦਾ ਹੈ। ਚਾਈਨਾ ਦੀ ਰਸ਼ੀਆ ਨਾਲ ਦੋਸਤੀ, ਉਹਦੇ ਉੱਤੇ ਵੀ ਧਿਆਨ ਦੇਣਾ ਪੈਂਦਾ, ਔਰ ਰਸ਼ੀਆ ਦੀ ਭਾਰਤ ਦੇ ਨਾਲ ਦੋਸਤੀ, ਉਹਦੇ ਉੱਤੇ ਵੀ ਧਿਆਨ ਦੇਣਾ ਪੈਂਦਾ, ਔਰ ਭਾਰਤ ਦੀ ਅਮਰੀਕਾ ਦੇ ਨਾਲ ਦੋਸਤੀ। ਸੋ ਕੁੱਲ ਮਿਲਾ ਕੇ ਜੋ ਇਹ ਜੀਓਪੋਲਿਟਿਕਸ ਦਾ ਸਿਨੈਰੀਓ ਬਣਿਆ ਹੋਇਆ ਹੈ, ਇਹਦਾ ਕੀ ਕੇਂਦਰ ਬਣੇਗਾ ਔਰ ਇਹਦੇ ਉੱਤੇ ਕੀ ਕੁਝ ਵਿਕਾਸ ਹੋਏਗਾ, ਇਹਦੇ ਉੱਤੇ ਕੀ ਕੁਝ ਡਿਸਕਸ਼ਨਸ ਹੋਣਗੀਆਂ, ਇਹ ਆਉਣ ਵਾਲਾ ਸਮਾਂ ਦੱਸੇਗਾ, ਜਦੋਂ ਮੋਦੀ ਸਾਹਿਬ ਆਪਣੀ ਆਫੀਸ਼ੀਅਲ ਵਿਜ਼ਿਟ ਤੇ ਅਮਰੀਕਾ ਜਾਣਗੇ ਤੇ ਅੱਗੋਂ ਜੋ ਬਾਈਡਨ ਸਾਹਿਬ ਉਹਨਾਂ ਨਾਲ ਗੱਲਬਾਤ ਕਰਨਗੇ। ਔਰ ਨੌਕਰੀਆਂ ਦੇ ਉੱਤੇ ਖਾਸ ਧਿਆਨ ਦਿੱਤਾ ਜਾਏਗਾ ਕਿ ਆਈਟੀ ਇੰਡਸਟਰੀ ਨੂੰ ਕਿੱਥੇ ਤੱਕ ਡਿਵੈਲਪ ਕੀਤਾ ਜਾਵੇ ਔਰ ਕਿੱਥੇ ਤੱਕ ਲਿਮਿਟ ਕੀਤੀ ਜਾਵੇ, ਤਾਂ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਸਾਡੀਆਂ ਨੌਕਰੀਆਂ ਨਾ ਖੋਹ ਲਵੇ। ਆਓ ਹੁਣ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਭਾਰਤ ਦੇ ਮੁੱਦਿਆਂ ਦੇ ਉੱਤੇ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਪੋਲੀਟੀਕਲ ਐਨਾਲਿਸਟ ਗੁਰਮੀਤ ਸਿੰਘ ਪਲਾਹੀ ਜੀ। ਪਲਾਹੀ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡਾ ਪੰਜਾਬ ਚਰਚਾ ਦੇ ਵਿੱਚ। ਮਿਹਰਬਾਨੀ, ਸ਼ੁਕਰੀਆ ਜੀ। ਪਲਾਹੀ ਸਾਹਿਬ, 15 ਤਰੀਕ ਤੱਕ ਮੁਲਤਵੀ ਹੋ ਗਿਆ ਪਹਿਲਵਾਨਾਂ ਦਾ ਅੰਦੋਲਨ। ਖੇਡ ਮੰਤਰੀ ਅਨੁਰਾਗ ਠਾਕੁਰ ਜੀ ਨਾਲ ਗੱਲਬਾਤ ਕੀਤੀ ਹੈ, ਮੀਟਿੰਗ ਹੋਈ ਹੈ ਤੇ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ, ਸਹਿਮਤੀ ਬਣ ਗਈ ਹੈ। ਉਸ ਤੋਂ ਪਹਿਲਾਂ ਅਮਿਤ ਸ਼ਾਹ ਜੀ ਨਾਲ ਵੀ ਮੁਲਾਕਾਤ ਹੋਈ ਸੀ, ਗ੍ਰਹਿ ਮੰਤਰੀ ਸਾਹਿਬ ਨਾਲ, ਤਾਂ ਇੱਕ ਜਾਂਚ ਦਾ ਆਸ਼ਵਾਸਨ ਦਿੱਤਾ ਗਿਆ ਸੀ ਉਹਨਾਂ ਵੱਲੋਂ ਪਹਿਲਵਾਨਾਂ ਨੂੰ। ਸੋ ਜਾਂਚ ਕਹਿੰਦੇ ਨੇ ਕਿ 15 ਜੂਨ ਤੱਕ ਪੂਰੀ ਕਰ ਲੈਣੀ ਹੈ ਪੁਲਿਸ ਨੇ, ਤੇ ਚਾਰਜ ਸ਼ੀਟ ਦਾਖਲ ਹੋ ਜਾਣੀ ਹੈ ਬ੍ਰਿਜ ਭੂਸ਼ਣ ਜੀ ਦੇ ਖਿਲਾਫ, ਜੋ ਕਿ ਪਹਿਲਵਾਨਾਂ ਦੇ, ਜੋ ਕਿ ਕੁਸ਼ਤੀ ਫੈਡਰੇਸ਼ਨ ਦੇ ਚੀਫ ਨੇ, ਪਹਿਲਵਾਨਾਂ ਦੇ ਚੀਫ ਨੇ। ਸੋ ਉਹਨਾਂ ਦੇ ਖਿਲਾਫ ਜੋ ਜਾਂਚ ਹੋ ਰਹੀ ਹੈ 15 ਤਰੀਕ ਤੱਕ ਪੂਰੀ ਹੋ ਜਾਣੀ ਹੈ, ਇਸ ਕਰਕੇ 15 ਤਰੀਕ ਤੱਕ ਮੁਲਤਵੀ ਕੀਤਾ ਹੈ ਅੰਦੋਲਨ। ਸੋ ਨਿਊਜ਼ ਇਹ ਵੀ ਆਈ ਕਿ ਨਾਬਾਲਿਗ ਲੜਕੀ ਨੇ ਆਪਣੇ ਚਾਰजेस ਜੋ ਉਹਨਾਂ ਦੇ ਖਿਲਾਫ ਲਗਾਏ ਨੇ ਇਲਜ਼ਾਮਾਤ, ਉਹ ਵਾਪਸ ਵੀ ਲੈ ਲਏ ਨੇ। ਤੇ ਦੂਜੀ ਗੱਲ ਇਹ ਹੈ ਕਿ ਹੁਣ ਪਹਿਲਵਾਨ ਨੌਕਰੀ ਵੀ ਜੁਆਇਨ ਕਰਨ ਲੱਗੇ ਨੇ। ਤੀਜੀ ਗੱਲ ਇਹ ਹੈ ਕਿ ਜੋ ਪਹਿਲਵਾਨਾਂ ਦੇ ਖਿਲਾਫ FIRs ਹੋਈਆਂ ਨੇ, ਜਿਸ ਦਿਨ ਉਹਨਾਂ ਨੇ ਅੰਦੋਲਨ ਕੀਤਾ ਸੀ, ਮਾਰਚ ਕੀਤਾ ਸੀ ਨਵੀਂ ਬਣੀ ਸੰਸਦ ਦੇ ਵੱਲ, ਉਸ ਦਿਨ ਉਹ ਜਦੋਂ ਪੁਲਿਸ ਨੇ ਉਹਨਾਂ ਨੂੰ ਡਿਟੇਨ ਕੀਤਾ ਸੀ, ਉਹ ਵੀ ਵਾਪਸ ਲੈ ਲਈਆਂ ਜਾਣਗੀਆਂ। ਇਹ तमाम ਗੱਲਾਂ ਬਣਦੀਆਂ ਪਈਆਂ ਨੇ, ਕਿਸਾਨ ਨਾਲ ਖੜੇ ਨੇ। ਸੋ ਇਸ ਵਕਤ ਅੰਦੋਲਨ ਕਿੱਥੇ ਹੈ ਔਰ ਇਹਦਾ ਕੀ ਹਾਲ ਬਣਿਆ ਹੋਇਆ ਹੈ, ਇਸ ਦਾ ਪ੍ਰੈਜ਼ੈਂਟ ਸਟੇਟਸ ਕੀ ਹੈ? ਪਲਾਹੀ ਸਾਹਿਬ, ਤੁਹਾਡਾ ਟੇਕ ਕੀ ਹੈ ਇਹਦੇ ਉੱਤੇ? ਦੇਖੋ, ਗੱਲ ਇਹ ਆ ਕਿ ਬਹੁਤ ਹੀ ਸੰਜੀਦਾ ਮਸਲਾ ਹੈ। ਦੇਸ਼ ਦੀਆਂ ਉਹਨਾਂ ਪਹਿਲਵਾਨਾਂ ਨੇ ਇੱਕ ਇਹੋ ਜਿਹੇ ਵਿਅਕਤੀ ਵਿਸ਼ੇਸ਼ ਦੇ ਉੱਤੇ ਐਡੇ ਵੱਡੇ ਦੋਸ਼ ਲਾਏ ਨੇ, ਜਿਹੜੇ ਕਿ ਕਿਸੇ ਢੰਗ ਨਾਲ ਵੀ ਅੱਖੋਂ ਪਰੋਖੇ ਕਰਨਯੋਗ ਨਹੀਂ ਹਨ। ਭਾਜਪਾ ਵੱਲੋਂ ਇਹਨਾਂ ਦੋਸ਼ਾਂ ਦੇ ਮਾਮਲੇ ਤੇ, ਜਾਂ ਸਰਕਾਰ ਵੱਲੋਂ ਇਹਨਾਂ ਦੋਸ਼ਾਂ ਦੇ ਮਾਮਲੇ ਤੇ ਸਪਸ਼ਟੀਕਰਨ ਦੇਣ ਦੀ ਥਾਂ ਤੇ, ਜਾਂ ਉਸ ਵਿਅਕਤੀ ਵਿਸ਼ੇਸ਼ ਦੇ ਉੱਤੇ ਕਾਰਵਾਈ ਕਰਨ ਦੇ ਥਾਂ ਤੇ ਇਹ ਮਸਲੇ ਨੂੰ ਲਟਕਾਇਆ ਗਿਆ, ਔਰ ਇਸ ਮਸਲੇ ਨੂੰ ਲਟਕਾਉਣ ਦੇ ਕਾਰਨ ਏਡਾ ਵੱਡਾ ਅੰਦੋਲਨ ਜਿਹੜਾ ਹੈ ਉਹ ਦੇਸ਼ ਦੇ ਸਾਹਮਣੇ ਆਇਆ। ਭਾਜਪਾ ਹੁਣ ਲੱਖ ਇਸ ਗੱਲ ਦਾ ਯਤਨ ਕਰੇ, ਜਾਂ ਸਰਕਾਰ ਇਸ ਗੱਲ ਲਈ ਵੱਖੋ ਵੱਖਰੇ ਪੈਂਤੜੇ ਅਪਣਾ ਕੇ ਇਸ ਅੰਦੋਲਨ ਨੂੰ ਵਾਪਸ ਲਿਆਉਣ ਲਈ ਪਹਿਲ ਕਦਮੀ ਕਰੇ, ਪਰ ਇੱਕ ਗੱਲ ਜਿਹੜੀ ਉਸ ਦੇ ਮੱਥੇ ਦੇ ਉੱਤੇ ਕਲੰਕ ਵਾਂਗ ਦਿਸਣ ਲੱਗ ਪਈ ਹੈ, ਉਹ ਇਹ ਹੈ ਕਿ ਇੱਕ ਪਾਸੇ ਜਦੋਂ ਅਸੀਂ ਬੱਚਿਆਂ ਦੇ ਪੜ੍ਹਾਉਣ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਚੰਗਾ ਪਾਲਣ ਪੋਸ਼ਣ ਦੀ ਗੱਲ ਕਰਦੇ ਹਾਂ, ਉਸ ਵੇਲੇ ਇਹਨਾਂ ਬੱਚਿਆਂ ਵੱਲੋਂ ਇਸ ਕਿਸਮ ਦੇ ਇਲਜ਼ਾਮ ਲਾਉਣ ਦੇ ਵੇਲੇ ਸਰਕਾਰ ਨੇ ਜਿਹੜੀ ਚੁੱਪੀ ਵੱਟੀ ਹੋਈ ਹੈ, ਉਹ ਬਹੁਤ ਸਾਰੇ ਵੱਡੇ ਟਾਂਕੇ ਜਿਹੜੇ ਆ ਖੜੇ ਕਰਦੇ ਆ। ਨਾਰੀਤਵ ਦੇ ਮਾਮਲੇ ਦੇ ਉੱਤੇ ਭਾਵੇਂ ਉਹ ਖਾਪ ਪੰਚਾਇਤਾਂ ਦੇ ਮਾਮਲੇ ਦੇ ਉੱਤੇ ਜਾ ਕੇ ਇਸ ਅੰਦੋਲਨ ਦੀ ਦਿਸ਼ਾ ਜਿਹੜੀ ਹੈ ਉਹ ਸਿਰਫ ਜਾਟ ਅੰਦੋਲਨ ਬਣਾਉਣ ਦੀ ਗੱਲ ਵੀ ਕੀਤੀ ਜਾ ਰਹੀ ਆ, ਔਰ ਇਸ ਅੰਦੋਲਨ ਨੂੰ ਸਿਆਸੀ ਰੰਗ ਦੇਣ ਦੀ ਗੱਲ ਵੀ ਕੀਤੀ ਜਾ ਰਹੀ ਹੈ, ਤੇ ਇਸ ਨੂੰ ਇਹ ਵੀ ਕਿਹਾ ਜਾਣ ਲੱਗ ਪਿਆ ਵੀ ਇਹ ਖਾਲਿਸਤਾਨੀ ਅੰਦੋਲਨ ਦੀ ਪੈਦਾਇਸ਼ ਹੈ। ਇਸ ਕਿਸਮ ਦੇ ਇਲਜ਼ਾਮ
ਜਦੋਂ ਲਾਏ ਗਏ ਨੇ ਉਹ ਉਸ ਲੜਕੀ ਨੇ ਵਾਪਸ ਲੈ ਲਏ ਨੇ, ਪਰ ਬਹੁਤ ਸਾਰੀਆਂ ਹੋਰ ਲੜਕੀਆਂ ਨੇ ਸਧਾਰਨ ਆਪਣੇ ਸਰੀਰ ਨੂੰ ਛੂਹਣ ਦੀ ਗੱਲ, ਹੋਰ ਸਾਰੀਆਂ ਕਾਰਵਾਈਆਂ ਜਿਹੜੀਆਂ ਉਹਨਾਂ ਬੱਚਿਆਂ ਦੇ ਸਰੀਰਾਂ ਦੇ ਨਾਲ ਕੀਤੀਆਂ ਗਈਆਂ ਨੇ, ਜਾਂ ਉਹਨਾਂ ਨੂੰ ਕਿਸੇ ਢੰਗ ਦੇ ਨਾਲ ਲਾਉਣ ਦਾ ਯਤਨ ਹੋਇਆ ਹੈ, ਉਸ ਤੋਂ ਬ੍ਰਿਜ ਭੂਸ਼ਣ ਜਿਹੜਾ ਹੈ ਉਹ ਦੁਰ ਤੋਤਾ ਨਹੀਂ ਰਹਿ ਸਕਦਾ ਜੀ, ਕਿਉਂਕਿ ਉਸ ਦਾ ਕਿਰਦਾਰ ਇੰਨਾ ਭੈੜਾ ਹੈ ਕਿ ਉਸ ਦੇ ਉੱਤੇ ਇਲਜ਼ਾਮ ਇਸ ਢੰਗ ਦੇ ਲੱਗੇ ਨੇ ਕਿ ਜੇ ਬਾਵਜੂਦ ਇਸ ਗੱਲ ਦੇ ਵੀ ਕਿ ਸਰਕਾਰ ਵੀ ਜਾਂ ਉਹ ਵੀ ਆਪ ਯਤਨ ਕਰੇ, ਇਸ ਨੂੰ ਆਉਣ ਵਾਲੇ 2024 ਦੀਆਂ ਚੋਣਾਂ ਦੇ ਵਿੱਚ ਇੱਕ ਵੱਡੇ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਨੂੰ ਥਾਲੀ ਚ ਪਾ ਕੇ ਨੋਟਾ ਦੇ ਦਿੱਤਾ ਕਿ ਇਸ ਪਾਰਲੀਮੈਂਟ ਦੇ ਵਿੱਚ ਖਾਸ ਤੌਰ ਤੇ ਭਾਜਪਾ ਦੇ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਦੇ ਉੱਤੇ ਕ੍ਰਿਮੀਨਲ ਕੇਸ ਨੇ, ਬਿਲਕੁਲ ਉਸੇ ਢੰਗ ਦੇ ਨਾਲ ਉਹਨਾਂ ਦੇ ਵਿੱਚ ਵਿਅਕਤੀ ਇਹੋ ਜਿਹੇ ਹੈ ਨੇ ਜਿਹੜੇ ਕਿ ਔਰਤਾਂ ਬੱਚੀਆਂ ਦਾ ਜਿਸਮਾਨੀ ਤੌਰ ਤੇ ਸ਼ੋਸ਼ਣ ਕਰਦੇ ਨੇ, ਹਨਨ ਕਰਦੇ ਨੇ, ਔਰ ਇਹ ਇੱਕ ਬਹੁਤ ਵੱਡਾ ਮਸਲਾ ਆਉਣ ਵਾਲੀਆਂ ਇਲੈਕਸ਼ਨਾਂ ਲਈ ਲੈ ਕੇ ਇਸ ਵੇਲੇ ਅੰਦੋਲਨ ਦੀ ਸਥਿਤੀ ਕੁਝ ਵੀ ਹੋਵੇ, ਖਾਪ ਪੰਚਾਇਤਾਂ ਲਗਾਤਾਰ ਇਸ ਅੰਦੋਲਨ ਨੂੰ ਅੱਗੇ ਲਿਜਾਣ ਦਾ ਯਤਨ ਕਰ ਰਹੀਆਂ ਨੇ, ਪਹਿਲਵਾਨਾਂ ਦੇ ਉੱਤੇ ਪ੍ਰਭਾਵ ਬਣਾ ਕੇ ਅਮਿਤ ਸ਼ਾਹ ਨੇ ਉਹਨਾਂ ਤੇ ਨੌਕਰੀ ਜੁਆਇਨ ਕਰਨ ਦੀ ਗੱਲ ਜਿਹੜੀ ਹੈ ਕਰਵਾ ਦਿੱਤੀ ਹੈ, ਤੇ ਨਾਲ ਦੀ ਨਾਲ ਇਹ ਵੀ ਕਹਿਤਾ ਵੀ ਪੁਲਿਸ ਜਿਹੜੀ ਹੈ ਉਹ ਇੱਕ ਜਿਹੜੀ ਚਾਰਜ ਸ਼ੀਟ ਹੈ ਉਹ ਪੇਸ਼ ਕਰ ਦੇਗੀ, ਪਰ ਜੇ ਚਾਰਜ ਸ਼ੀਟ ਦੇ ਵਿੱਚ ਮੋਰੀਆਂ ਇਸ ਢੰਗ ਦੀਆਂ ਰੱਖ ਦਿੱਤੀਆਂ ਜਾਣਗੀਆਂ ਜਿਹਦੇ ਨਾਲ ਬ੍ਰਿਜ ਭੂਸ਼ਣ ਨੂੰ ਕੁਝ ਵੀ ਨਹੀਂ ਹੋਏਗਾ, ਤੇ ਇਹ ਵੀ ਆਪਣੇ ਆਪ ਦੇ ਵਿੱਚ ਸਰਕਾਰ ਦੀ ਬੇਈਮਾਨੀ ਦੀ ਔਰ ਬੇਇੰਤਜ਼ਾਮੀ ਦੀ ਔਰ ਬੇਅਖਲਾਕੀ ਦੀ ਗੱਲ ਕਰਦਾ। ਪਲਾਹੀ ਸਾਹਿਬ, ਇੱਕ ਪੁਆਇੰਟ ਦੇ ਸਾਹਮਣੇ ਆਉਂਦਾ ਕਿ ਵਾਕਈ ਪਹਿਲਵਾਨਾਂ ਦੇ ਉੱਤੇ ਕੋਈ ਪ੍ਰੈਸ਼ਰ ਹੋਏਗਾ, ਕਿਉਂਕਿ ਇਹ ਵੱਡੇ ਵੱਡੇ ਬਾਹੂਬਲੀ ਨੇ ਜਿਨ੍ਹਾਂ ਦੇ ਉੱਤੇ ਇਲਜ਼ਾਮਾਤ ਲੱਗ ਰਹੇ ਨੇ, ਜ਼ਰੂਰੀ ਤੌਰ ਤੇ ਇਹ ਲੱਗਦਾ ਕਿ ਉਹਨਾਂ ਨੇ ਆਪਣੀ ਤਾਕਤ ਦਾ ਇਸਤੇਮਾਲ ਕਰਕੇ ਕੁਝ ਪ੍ਰੈਸ਼ਰਾਈਜ਼ ਕੀਤਾ ਹੋਣਾ ਹੈ, ਕੋਈ ਮਤਲਬ ਜਿਹਨੂੰ ਆਪਾਂ ਕਹਿੰਦੇ ਨੇ ਬਿਹਾਈਂਡ ਦਾ ਕੈਮਰਾ, ਜੋ ਦ੍ਰਿਸ਼ ਦੇ ਸਾਹਮਣੇ ਨਹੀਂ ਆਇਆ, ਦ੍ਰਿਸ਼ ਦੇ ਪਿੱਛੇ ਦੀਆਂ ਗੱਲਾਂ ਨੇ, ਕੋਈ ਪ੍ਰੈਸ਼ਰਾਈਜ਼ ਕੀਤਾ ਗਿਆ ਹੋਣਾ ਪਹਿਲਵਾਨਾਂ ਨੂੰ। ਪਲਾਹੀ ਸਾਹਿਬ, ਇਹ ਗੱਲ ਤਾਂ ਇਹ ਆ ਕਿ ਜਿਹੜੇ ਪਹਿਲਵਾਨ ਸਾਹਮਣੇ ਆਏ ਨੇ ਜਿਨ੍ਹਾਂ ਨੇ ਇਸ ਮੁੱਦੇ ਨੂੰ ਚੱਕਿਆ, ਜਿਨ੍ਹਾਂ ਨੇ ਅਖੀਰ ਦੇ ਵਿੱਚ ਤੁਸੀਂ ਦੇਖੋ ਗੰਗਾ ਦੇ ਵਿੱਚ ਜਾ ਕੇ ਆਪਣੇ ਮੈਡਲ ਜਿਹੜੇ ਨੇ ਉਹ ਗੰਗਾ ਸਪੁਰਦ ਕਰਨ ਦਾ ਫੈਸਲਾ ਕਰ ਲਿਆ। ਇੱਕ ਇਹੋ ਜਿਹੇ ਪਵਿੱਤਰ ਥਾਂ ਜਿਸ ਨੂੰ ਹਿੰਦੂ ਸੱਭਿਆਚਾਰ ਦੇ ਵਿੱਚ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ, ਉਸ ਥਾਂ ਤੇ ਆਪਣੇ ਮੈਡਲਾਂ ਨੂੰ ਸੁੱਟ ਦੇਣਾ, ਆਪਣੀ ਕਿਰਤ ਕਮਾਈ ਨੂੰ ਉਹਦੇ ਵਿੱਚ ਬਹਾ ਦੇਣਾ, ਉਹ ਆਪਣੇ ਆਪ ਦੇ ਵਿੱਚ ਇੱਕ ਇਹੋ ਜਿਹਾ ਦੇਸ਼ ਦੀ ਸਾਹਮਣੇ ਕਲੰਕ ਬਣਨਾ ਸੀ ਜਿਹੜਾ ਕਦੇ ਵੀ ਧੋਇਆ ਨਹੀਂ ਸੀ ਜਾ ਸਕਣਾ। ਹੁਣ ਵੀ ਮੈਂ ਸਮਝਦਾ ਵੀ ਭਾਵੇਂ ਉਹ ਕੀਤਾ ਗਿਆ, ਤੁਹਾਨੂੰ ਪਤਾ ਹੋਵੇਗਾ ਕਿ ਅਮਰੀਕਾ ਦੇ ਮੁਹੰਮਦ ਅਲੀ ਨੇ ਕ੍ਰਿਸਚੀਅਨਿਟੀ ਛੱਡ ਕੇ ਮੁਸਲਮਾਨ ਧਰਮ ਦਾ ਅਪਣਾ ਲਿਆ ਸੀ, ਔਰ ਆਪਣੇ ਇਸ ਕਿਸਮ ਦੇ ਮੈਡਲ ਜਿਹੜੇ ਨੇ ਉਹ ਉੱਥੇ ਦੇ ਪਵਿੱਤਰ ਦਰਿਆ ਦੇ ਵਿੱਚ ਸਪੁਰਦ ਕਰ ਦਿੱਤੇ ਸੀ, ਕਿਉਂਕਿ ਉਸ ਦੇ ਨਾਲ ਉੱਥੋਂ ਦੀ ਕੌਮ ਨੇ, ਉੱਥੇ ਦੇ ਅਮਰੀਕਨ ਲੋਕਾਂ ਨੇ ਜਾਂ ਉੱਥੋਂ ਦੀ ਕ੍ਰਿਸਚੀਅਨਿਟੀ ਨੇ ਚੰਗਾ ਵਰਤਾਓ ਨਹੀਂ ਸੀ ਕੀਤਾ, ਤੇ ਅਖੀਰ ਦੇ ਵਿੱਚ ਉਸ ਨੂੰ ਐਡਾ ਵੱਡਾ ਫੈਸਲਾ ਲੈਣਾ ਪਿਆ ਸੀ। ਹੁਣ ਵੀ ਜੇ ਇਹ ਫੈਸਲਾ ਪਹਿਲਵਾਨਾਂ ਨੇ ਲਿਆ ਤੇ ਬਹੁਤ ਦੁਖੀ ਮਨ ਦੇ ਨਾਲ ਲਿਆ। ਤੁਸੀਂ ਦੱਸੋ ਵੀ ਪਿੰਡਾਂ ਦੇ ਸੱਭਿਆਚਾਰ ਦੀ ਆਪਾਂ ਗੱਲ ਕਰਦੇ ਹਾਂ ਵੀ ਲੜਕੀਆਂ ਦਾ ਸ਼ੋਸ਼ਣ ਹੋ ਜਾਂਦਾ, ਬੜੇ ਘਟਨਾਵਾਂ ਵਾਪਰ ਜਾਂਦੀਆਂ ਨੇ, ਤੇ ਮਾਪੇ ਉਸ ਗੱਲ ਨੂੰ ਲੁਕੋ ਕੇ ਰੱਖਦੇ ਨੇ ਵੀ ਸਾਡੀ ਲੜਕੀ ਦੇ ਬਾਰੇ ਕੋਈ ਗੱਲ ਜਿਹੜੀ ਹੈ ਬਾਹਰ ਚਰਚਾ ਵਿੱਚ ਨਾ ਆਵੇ, ਕਿਉਂਕਿ ਇਹਨੇ ਆਉਣ ਵਾਲੇ ਸਮੇਂ ਦੇ ਵਿੱਚ ਗ੍ਰਿਫਤੀ ਜਿਹੜਾ ਹੈ ਉਸ ਦਾ ਖਰਾਬ ਹੋ ਜਾਏਗਾ। ਪਰ ਇਹ ਲੜਕੀਆਂ ਜਿਹੜੀਆਂ ਨੇ ਜਿਨ੍ਹਾਂ ਦੇ ਨਾਲ ਸ਼ੋਸ਼ਣ ਹੋਇਆ, ਕਿੱਡੇ ਵੱਡੇ ਹੌਸਲੇ ਦੇ ਨਾਲ ਉਹ ਨਾਰੀ ਤਬ ਦੇ ਬਚਾਅ ਦੀ ਖਾਤਰ ਦੇਸ਼ ਦੇ ਸਾਹਮਣੇ ਇੱਕ ਇਹੋ ਜਿਹਾ ਘਿਨਾਉਣਾ ਕੰਮ ਜਿਹੜਾ ਉਹਨਾਂ ਦੇ ਨਾਲ ਹੋਇਆ ਲੈ ਕੇ ਆਈਆਂ ਨੇ, ਇਹ ਉਹਨਾਂ ਦੀ ਬਹੁਤ ਵੱਡੀ ਬਹਾਦਰੀ ਹੈ। ਇਹ ਅੰਦੋਲਨ ਸਫਲ ਹੋਵੇ ਚਾਹੇ ਨਾ ਹੋਵੇ, ਬ੍ਰਿਜ ਭੂਸ਼ਣ ਨੂੰ ਸਜ਼ਾ ਮਿਲੇ ਚਾਹੇ ਨਾ ਮਿਲੇ, ਇਸ ਮਾਮਲੇ ਦੇ ਉੱਤੇ ਮਤਲਬ ਕੋਈ ਕਾਰਵਾਈ ਸਰਕਾਰ ਵੱਲੋਂ ਕੀਤੀ ਜਾਵੇ ਜਾਂ ਨਾ ਕੀਤੀ ਜਾਵੇ, ਪਰ ਇਹਨਾਂ ਖਿਡਾਰੀਆਂ ਨੇ ਜਿਹੜਾ ਵੱਡਾ ਹੌਸਲਾ ਦਿਖਾਇਆ ਹੈ ਉਹ ਸਾਡੇ ਸਾਹਮਣੇ ਇੱਕ ਬਹੁਤ ਵੱਡੀ ਉਦਾਹਰਣ ਹੈ। ਔਰ ਦੂਸਰੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਕਿ ਪ੍ਰੈਸ਼ਰ ਵਾਲੀ ਨੀਤੀ ਤੇ ਅਪਣਾਈ ਹੀ ਗਈ ਹੈ। ਜੇ ਦੇਖੋ ਅਨੁਰਾਗ ਠਾਕੁਰ ਵੱਲੋਂ ਵੀ ਮੀਟਿੰਗ 6 ਘੰਟੇ ਚੱਲੀ, ਉਸ ਤੋਂ ਪਹਿਲਾਂ ਵੀ ਤੁਹਾਡੇ ਸਾਹਮਣੇ ਜਦੋਂ ਗੱਲ ਆਈ ਹੈ ਕਿ ਅਮਿਤ ਸ਼ਾਹ ਦੇ ਨਾਲ ਗੱਲਬਾਤ ਹੋਈ ਹੈ, ਔਰ ਉਹ ਤੋਂ ਯਕਦਮ ਬਾਅਦ ਉਹਨਾਂ ਪਹਿਲਵਾਨਾਂ ਨੇ, ਕਿਉਂਕਿ ਨੌਕਰੀਆਂ ਕਰਦੇ ਨੇ, ਸਾਰੀ ਉਮਰ ਦਾ ਕਰੀਅਰ ਜਿਹੜਾ ਹੈ ਖੇਡਾਂ ਦਾ ਉਹਨਾਂ ਦੇ ਸਾਹਮਣੇ ਹੈ,
उन्होंने हाले देश की खातर होर बहुत कुछ करना है ਤੇ ਜੇ ਉਹਨਾਂ ਦਾ ਕਰੀਅਰ ਜਿਹੜਾ ਹੈ ਇਹਨਾਂ ਵੱਡੇ ਜਿਹੜੇ ਖੁੰਖਾਰ ਲੋਕ ਨੇ ਜਾਂ ਜਿਹੜੀ ਵੱਡੀ ਸਰਕਾਰ ਦੇ ਵਿੱਚ ਕੰਮ ਕਰਨ ਵਾਲੇ ਕਰਿੰਦੇ ਨੇ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਇਸ ਕਿਸਮ ਕੀਤੇ ਜਾਣਾ ਜਿਹੜਾ ਹੈ ਉਹ ਸੰਭਵ ਹੈ। ਸੋ ਇਹ ਗੱਲ ਤਾਂ ਪੱਕੀ ਹੈ ਕਿ ਹੁਣ ਦਾ ਜਿਹੜਾ ਅੰਦੋਲਨ ਵਾਪਸ ਲੈਣ ਦੀ ਗੱਲ ਜਿਹੜੀ ਕੀਤੀ ਗਈ ਹੈ 15 ਤੱਕ ਤੇ ਇਹ ਵੀ ਉਸ ਦਾ ਹੀ ਇੱਕ ਹਿੱਸਾ ਲਾ ਲਿਆ। ਹੁਣ ਤਾਂ ਇਹ ਕਹਿਤਾ ਗਿਆ FIR ਵੀ ਵਾਪਸ ਲੈ ਲਵਾਂਗੇ ਜੀ 30 ਤਰੀਕ ਤੱਕ ਜਿਹੜਾ ਸੰਘ ਹੈ ਪਹਿਲਵਾਨਾਂ ਦਾ ਉਸ ਦਾ ਇਲੈਕਸ਼ਨ ਵੀ ਕਰਵਾਤੀ ਜਾਏਗੀ। ਪਰ ਸਵਾਲ ਪੈਦਾ ਇਹ ਹੁੰਦਾ ਵੀ ਕਿਸਾਨਾਂ ਦੇ ਨਾਲ ਜਦੋਂ ਬਹੁਤ ਵੱਡਾ ਸਮਝੌਤਾ ਹੋ ਗਿਆ ਸੀ ਉਸ ਅੰਦੋਲਨ ਦੇ ਦਰਮਿਆਨ FIR ਵਾਪਸ ਲੈਣ ਦਾ ਫੈਸਲਾ ਹੋ ਗਿਆ ਸੀ। ਪਰ ਤੁਹਾਨੂੰ ਮੈਂ ਜਾਣਕਾਰੀ ਹੈ ਦੱਸਣਾ ਚਾਹੁੰਦਾ ਵੀ ਉਸ ਅੰਦੋਲਨ ਦੇ ਵਿੱਚ 700-800 ਜਿਹੜੇ ਕਿਸਾਨ ਨੇ ਉਹਨਾਂ ਨੂੰ ਜਾਨ ਤੋਂ ਹੱਥ ਧੋਣੇ ਪਏ ਸੀ, ਸ਼ਹੀਦ ਹੋ ਗਏ ਸਨ ਉਸ ਅੰਦੋਲਨ ਦੇ ਵਿੱਚ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਉੱਤੇ FIR ਦਰਜ ਹੋਈਆਂ ਸੀ। ਉਹ FIR ਹਾਲੇ ਤੱਕ ਵੀ ਉਹਨਾਂ ਵਿੱਚੋਂ ਬਹੁਤੀਆਂ ਵਾਪਸ ਨਹੀਂ ਲਈਆਂ ਗਈਆਂ। ਇਹ ਸਰਕਾਰ ਦੇ ਹੱਥ ਕੰਡੇ ਹੁੰਦੇ ਨੇ। ਹੁਣ ਵੀ ਇਸ ਕਿਸਮ ਦੇ ਹੱਥ ਕੰਡੇ ਜਿਹੜੇ ਨੇ ਵਰਤੇ ਜਾਣਗੇ ਨਾਂ ਦੇ ਉੱਤੇ ਇਹਨਾਂ ਪਹਿਲਵਾਨਾਂ ਦਾ ਭਵਿੱਖ ਜਿਹੜਾ ਹੈ ਉਹ ਦਾਅ ਤੇ ਲਾ ਦਿੱਤਾ ਜਾਏ ਔਰ ਉਹਨਾਂ ਨੂੰ ਇਸ ਗੱਲ ਦੀ ਖਾਤਰ ਬਲੈਕਮੇਲ ਕੀਤਾ ਜਾਏ ਜਾਂ ਉਹਨਾਂ ਨੂੰ ਅੱਗੇ ਵਧਣ ਤੋਂ ਕਿਸੇ ਨਾ ਕਿਸੇ ਢੰਗ ਦੇ ਨਾਲ ਰੋਕਿਆ ਜਾਏ। ਤੇ ਇਹ ਅੰਦੋਲਨ ਦੇ ਕੰਮ ਕਰਨ ਵਾਲੀਆਂ ਜਿਹੜੀਆਂ ਤਾਕਤਾਂ ਨੇ ਅਸਲ ਵਿੱਚ ਇਹ ਇਹੋ ਜਿਹੀਆਂ ਕਾਲੀਆਂ ਭੇਡਾਂ ਨੇ ਜਿਨ੍ਹਾਂ ਨੂੰ ਭਾਰਤੀ ਸਿਆਸਤ ਦੇ ਵਿੱਚੋਂ ਬਾਹਰ ਨਹੀਂ ਕੱਢਿਆ ਜਾ ਸਕਦਾ। ਜੀ ਭਲਾਈ ਸਾਹਿਬ, ਇੱਕ ਗੱਲ ਬਿਲਕੁਲ ਸਪਸ਼ਟ ਹੋ ਰਹੀ ਹੈ ਜਿਹੜੀ ਤੁਸੀਂ ਕਹਿ ਰਹੇ ਹੋ। ਇੱਕ ਤਾਂ ਇਹ ਹੈ ਕਿ 30 ਜੂਨ ਤੱਕ ਕਹਿੰਦੇ ਨੇ ਕਿ ਦੁਬਾਰਾ ਚੋਣ ਕੀਤੀ ਜਾਏਗੀ, ਨਵੇਂ ਚੀਫ ਦਾ ਸਥਾਪਨਾ ਕੀਤੀ ਜਾਏਗੀ, ਬ੍ਰਿਜ ਭੂਸ਼ਣ ਜੀ ਦਾ ਜੋ ਰੈਜ਼ਿਗਨੇਸ਼ਨ ਹੋ ਜਾਂਦਾ ਹੈ। ਤਾਂ ਦੂਜੀ ਗੱਲ ਇਹ ਹੈ ਕਿ ਜਦੋਂ ਪਹਿਲਵਾਨਾਂ ਨੇ ਮੰਗ ਕੀਤੀ, ਜਦੋਂ ਕਿਸਾਨਾਂ ਨੇ ਮੰਗ ਕੀਤੀ, ਜਥੇਬੰਦੀਆਂ ਨੇ ਕਿ ਬ੍ਰਿਜ ਭੂਸ਼ਣ ਜੀ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ, ਤਾਂ ਸਰਕਾਰ ਵੱਲੋਂ ਇਹ ਗੱਲ ਕਹੀ ਗਈ ਕਿ 15 ਜੂਨ ਤੱਕ ਪੁਲਿਸ ਨੇ ਆਪਣੀ ਰਿਪੋਰਟ ਦਾਖਲ ਕਰ ਦੇਣੀ ਹੈ, ਫਿਰ ਚਾਰਜ ਸ਼ੀਟ ਹੋਏਗੀ, ਉਸ ਤੋਂ ਬਾਅਦ ਦੇਖਿਆ ਜਾਏਗਾ ਕਿ ਗ੍ਰਿਫਤਾਰੀ ਜਾਂਚ ਦੇ ਮੁਤਾਬਿਕ ਹੋਣੀ ਚਾਹੀਦੀ ਹੈ ਕਿ ਨਹੀਂ ਚਾਹੀਦੀ। ਇਹ ਸਾਰੀਆਂ ਤਮਾਮ ਗੱਲਾਂ ਸਾਹਮਣੇ ਆ ਰਹੀਆਂ ਨੇ। ਤੁਹਾਨੂੰ ਲੱਗਦਾ ਹੈ ਕਿ BJP ਸੈਂਟਰ ਵਿੱਚ ਬੈਠੀ ਹੈ ਔਰ ਆਪਣੇ ਮੰਤਰੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ? ਭਲਾਈ ਸਾਹਿਬ, MP ਨੂੰ ਬਚਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ। ਦੇਖੋ, ਆਮ ਤੌਰ ਤੇ ਇਹ ਗੱਲ ਰਵਾਇਤ ਵਜੋਂ ਗਿਣੀ ਜਾਂਦੀ ਹੈ ਕਿ ਜਦੋਂ ਕਿਸੇ ਨਾਬਾਲਗ ਵੱਲੋਂ ਕਿਸੇ ਵਿਅਕਤੀ ਦੇ ਉੱਤੇ ਇਲਜ਼ਾਮ ਲਾਏ ਜਾਂਦੇ ਨੇ ਜਿਸਮਾਨੀ ਸ਼ੋਸ਼ਣ ਦੇ, ਉਸ ਨੂੰ ਤੁਰੰਤ ਗ੍ਰਿਫਤਾਰ ਕਰਨ ਲਈ ਪੁਲਿਸ ਜਿਹੜੀ ਆ ਐਕਸ਼ਨ ਦੇ ਵਿੱਚ ਆ ਜਾਂਦੀ ਆ ਤੇ ਬਾਅਦ ਵਿੱਚ ਇਨਕੁਆਇਰੀ ਕਰਨ ਦੀ ਗੱਲ ਹੁੰਦੀ ਹੈ। ਪਰ ਹੁਣ ਤਾਂ ਗੱਲ ਹੀ ਵੱਖਰੀ ਹੋ ਗਈ। ਹੁਣ ਤਾਂ ਗੱਲ ਇਹ ਵੀ ਹੋ ਗਈ ਕਿ ਉਸ ਲੜਕੀ ਤੋਂ ਬਿਆਨ ਵਾਪਸ ਲੈ ਲਿਆ ਗਿਆ ਕਿ ਮੇਰੇ ਨਾਲ ਕੁਝ ਹੋਇਆ ਹੀ ਨਹੀਂ ਤੇ ਜਾਂ ਇਸ ਕਿਸਮ ਦੀ ਗੱਲ ਹੋ ਗਈ ਕਿ ਮੈਂ ਆਪਣੇ ਕੇਸ ਵਾਪਸ ਲੈਣੀ ਹੈ। ਬਿਲਕੁਲ ਉਸੇ ਢੰਗ ਦੇ ਨਾਲ ਜਿਵੇਂ ਪ੍ਰੈਸ਼ਰ ਦੇ ਨਾਲ ਅਮਿਤ ਸ਼ਾਹ ਦੇ ਨਾਲ ਮੀਟਿੰਗ ਕਰਕੇ, ਅਨੁਰਾਗ ਠਾਕੁਰ ਦੇ ਨਾਲ ਮੀਟਿੰਗ ਕਰਕੇ ਜਿਹੜੇ ਪਹਿਲਵਾਨ ਜਿਹੜੇ ਡਿਊਟੀਆਂ ਤੇ ਚਲੇ ਗਏ ਨੇ ਔਰ ਇਸ ਗੱਲ ਦੇ ਅੰਦਰ ਉੱਤੇ ਸਮਝੌਤਾ ਹੋਣ ਦੀ ਗੱਲ ਵੀ ਗਿਣੀ ਜਾ ਰਹੀ ਹੈ ਕਿ FIR ਵਾਪਸ ਲਈਆਂ ਜਾਣਗੀਆਂ, ਚੋਣਾਂ ਹਰਾਤੀਆਂ ਜਾਣਗੀਆਂ। ਤਾਂ BJP ਵੱਲੋਂ ਬੜੀ ਵੱਡੀ ਪੱਧਰ ਤੇ ਉੱਤੇ ਇਹ ਗੱਲ ਜਿਹੜੀ ਆ ਉਸ ਨੂੰ ਰੋਕਣ ਦਾ ਯਤਨ ਹੋਇਆ ਕਿ ਇਹ ਮੁਹਿੰਮ ਜਿਹੜੀ ਆ, ਇਹ ਅੰਦੋਲਨ ਜਿਹੜਾ ਹੈ ਆਪੋਜੀਸ਼ਨ ਦੇ ਹੱਥ ਨਾ ਚਲੇ ਜਾਏ। ਤੋ ਇਸ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਪੂਰੇ ਅਧਿਕਾਰ ਦਿੱਤੇ ਗਏ ਵੀ ਕਿਸੇ ਵੀ ਢੰਗ ਦੇ ਨਾਲ ਉਸ MP ਨੂੰ ਬਚਾਉਣਾ ਹੈ ਤਾਂ ਕਿ ਭਾਜਪਾ ਦੇ ਉੱਤੇ ਕੋਈ ਕਿਸਮ ਦਾ ਦਾਗ ਜਿਹੜਾ ਹੈ ਨਾ ਲੱਗੇ। ਭਲਾਈ ਸਾਹਿਬ, ਆਉਣ ਵਾਲੇ ਸਮੇਂ 'ਚ ਤੁਹਾਨੂੰ ਕੀ ਲੱਗਦਾ ਕਿ ਸਾਡੇ ਉੱਤੇ ਬਾਹੂਬਲੀ ਰਾਜ ਕਰਨਗੇ, ਜਿਨ੍ਹਾਂ ਦੇ ਉੱਤੇ ਕ੍ਰਿਮੀਨਲ ਕੇਸਿਸ ਵੀ ਹੋਣਗੇ, ਉਹ ਆਪਣੀ ਮਨਮਰਜ਼ੀ ਵੀ ਕਰਨਗੇ ਪਰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਏਗੀ ਤੇ ਜਨਤਾ ਇਦਾਂ ਹੀ ਚੁੱਪਚਾਪ ਬੈਠੀ ਸਭ ਕੁਝ ਬਰਦਾਸ਼ਤ ਕਰਦੀ ਰਹੇਗੀ ਤੇ ਇਹ ਬਾਹੂਬਲੀ ਸਾਡੇ ਉੱਤੇ ਰਾਜ ਕਰਦੇ ਰਹਿਣਗੇ ਔਰ ਸਾਡੇ ਟੈਕਸ ਦੇ ਪੈਸੇ ਦੇ ਉੱਤੇ ਆਪਣੀ ਮौज ਮਸਤੀ ਕਰਦੇ ਰਹਿਣਗੇ, ਆਪਣੇ ਸੈਰ ਸਪਾਟੇ ਕਰਦੇ ਰਹਿਣਗੇ, ਆਪਣੇ 'ਚ ਮਸਤ ਰਹਿਣਗੇ। ਸਾਡੇ ਉੱਤੇ, ਜਨਤਾ ਦੇ ਉੱਤੇ ਜੋ ਬੀਤਦਾ ਬੀਤੀ ਜਾਵੇ। ਜੇ ਜਨਤਾ ਆਵਾਜ਼ ਚੁੱਕੇਗੀ ਤਾਂ ਆਪਣੇ ਅਹੁਦੇ ਦਾ, ਆਪਣੀ ਪਾਵਰ ਦਾ ਇਸਤੇਮਾਲ ਕਰਕੇ ਜਨਤਾ ਨੂੰ ਦਬਾ ਦਿੱਤਾ ਜਾਏਗਾ। ਭਲਾਈ ਸਾਹਿਬ, ਇਹ ਬੜੇ ਲੰਬੇ ਸਮੇਂ ਤੋਂ ਇਸ ਕਿਸਮ ਦੀ ਗੱਲ ਜਿਹੜੀ ਹੈ ਸਾਹਮਣੇ ਦੇਖਣ ਨੂੰ ਆ ਰਹੀ ਹੈ। ਕੇਂਦਰ ਸਰਕਾਰ ਵੱਲੋਂ ਲਗਾਤਾਰ ਇਸ ਗੱਲ ਦਾ ਯਤਨ ਹੋ ਰਿਹਾ ਕਿ ਸੂਬਿਆਂ ਦੇ ਅਧਿਕਾਰ ਵਾਪਸ ਲੈ ਲਏ ਜਾਣ ਜਾਂ ਕੱਟ ਕਰ ਦਿੱਤੇ ਜਾਣ ਤੇ ਸਿਰਫ ਆਪਣੇ ਵਿਅਕਤੀ ਉੱਪਰਲੇ ਕੇਂਦਰੀਕਰਨ ਦੀ ਸਥਿਤੀ ਦੇ ਵਿੱਚ ਪੂਰੇ ਦੇਸ਼ ਵਿੱਚ ਰਾਜ ਕਰਨ ਔਰ ਇੱਕ ਡਿਕਟੇਟਰਾਨਾ ਸੋਚ ਸਾਹਮਣੇ ਰੱਖ ਕੇ
ਇਹਨਾਂ ਪਾਰਟੀਆਂ ਵੱਲੋਂ ਜਾਂ ਇਸ ਪਾਰਟੀ ਵੱਲੋਂ ਖਾਸ ਤੌਰ ਤੇ ਯਤਨ ਹੋ ਰਿਹਾ ਤੇ ਉਸ ਯਤਨ ਦੀ ਪੂਰਤੀ ਲਈ ਦੇਖੋ ਵੱਖੋ ਵੱਖਰੇ ਕ੍ਰਿਮੀਨਲ ਕੇਸਾਂ ਵਾਲੇ ਲੋਕ ਜਿਹੜੇ ਬਾਹੂਬਲੀ ਨੇ ਉਹ ਸਾਹਮਣੇ ਲਿਆਂਦੇ ਗਏ ਨੇ, ਉਹ ਰਾਜ ਕਰਨ ਦੇ ਲਈ ਅੱਗੇ ਆਏ ਹੋਏ ਨੇ। ਮੰਤਰੀ ਵੀ ਬਣੇ ਹੋਏ ਨੇ, ਵੱਡੇ ਵੱਡੇ ਮੰਤਰੀ ਬਣੇ ਹੋਏ ਨੇ, ਉਹਨਾਂ ਅਹੁਦਿਆਂ ਦੇ ਉੱਤੇ ਬੈਠੇ ਨੇ, ਜਿਨ੍ਹਾਂ ਅਹੁਦਿਆਂ ਦੇ ਉੱਤੇ ਬੈਠੇ ਹੋਏ ਥੱਲੇ ਵਾਲੇ ਜਿਹੜੇ ਮਹਿਕਮੇ ਨੇ ਉਹਨਾਂ ਵਿੱਚ ਉਹਨਾਂ ਦੇ ਖਿਲਾਫ ਕੇਸ ਚੱਲ ਰਹੇ ਨੇ। ਤੋ ਜੇ ਸਥਿਤੀ ਇਸ ਕਿਸਮ ਦੀ ਹੈ ਤੇ ਤੁਸੀਂ ਦੱਸੋ ਵੀ ਇਨਸਾਫ ਕਿਸ ਨੂੰ ਮਿਲ ਸਕੇਗਾ ਤੇ ਕਿਵੇਂ ਮਿਲ ਸਕੇਗਾ। ਸੋ ਇਸ ਵੇਲੇ ਹਾਲਾਤ ਜੇ ਅਸੀਂ ਸਾਰੇ ਜਾਗਰੂਕ ਨਹੀਂ ਹੁੰਦੇ ਜਾਂ ਅਸੀਂ ਪਾਰਟੀ ਨਹੀਂ ਮਾਰਦੇ ਜਾਂ ਜੇ ਕਰਨਾਟਕ ਵਾਂਗਰ ਜਿਵੇਂ ਚੋਣਾਂ ਹੁਣ ਹੋਈਆਂ ਨੇ ਉੱਥੇ ਸਥਿਤੀ ਕੁਝ ਵੱਖਰੀ ਕਿਸਮ ਦੀ ਹੋਈ ਆ, ਪਰ ਜਿਹੜੇ ਨਵੇਂ ਲੋਕ ਵੀ ਸਾਹਮਣੇ ਆਉਣਗੇ ਕਿ ਉਹਨਾਂ ਤੋਂ ਵੀ ਇਸ ਗੱਲ ਦੀ ਆਸ ਰੱਖੀ ਜਾ ਸਕਦੀ ਆ ਵੀ ਉਹ ਵੀ ਸਾਫ਼ ਸੁਥਰਾ ਪ੍ਰਸ਼ਾਸਨ ਦੇਣਗੇ, ਕਿਉਂਕਿ ਇਸ ਵੇਲੇ ਸਾਮ ਦਾਮ ਦੰਡ ਦੀ ਸਥਿਤੀ ਜਿਹੜੀ ਹੈ ਬਣਦੀ ਜਾ ਰਹੀ ਹੈ ਔਰ ਹਰ ਪਾਰਟੀ ਹਰ ਵਾਹ ਵਰਤ ਕੇ ਹਰੇਕ ਕਿਸਮ ਦੇ ਲੋਕਾਂ ਨੂੰ ਜਿਹੜੇ ਮਾੜੇ ਕਿਰਦਾਰ ਵਾਲੇ ਵੀ ਨੇ ਉਹਨਾਂ ਆਪਣੀਆਂ ਪਾਰਟੀਆਂ ਵਿੱਚ ਥਾਂ ਦੇ ਰਹੀ ਹੈ ਔਰ ਪੈਰਾਸ਼ੂਟ ਰਾਹੀਂ ਨਵੇਂ ਨੇਤਾ ਜਿਹੜੇ ਨੇ ਉਹ ਸਿਆਸਤ ਦੇ ਵਿੱਚ ਆ ਰਹੇ ਨੇ ਤੇ ਇਹਨਾਂ ਦੇ ਆਉਣ ਦੇ ਨਾਲ ਜਿਹੜਾ ਆਲਾ ਦੁਆਲਾ ਹੈ, ਪਾਕ ਪਵਿੱਤਰ ਆਲਾ ਦੁਆਲਾ ਹੈ, ਉਹ ਨਾਪਾਕ ਹੁੰਦਾ ਜਾ ਰਿਹਾ ਔਰ ਆਉਣ ਵਾਲਾ ਸਮਾਂ ਭਾਰਤ ਦੀ ਜਨਤਾ ਲਈ ਬੜੀ ਚਿੰਤਾ ਲੈ ਕੇ ਆ ਰਿਹਾ। ਜੀ ਭਲਾਈ ਸਾਹਿਬ, ਔਰ ਇਸ ਤਰ੍ਹਾਂ ਦੇਖਿਆ ਜਾਵੇ ਤੇ ਸਨ 2024 ਦੀਆਂ ਜਿਹੜੀਆਂ ਇਲੈਕਸ਼ਨਸ ਨੇ ਬਹੁਤ ਦਿਲਚਸਪ ਹੋਣ ਜਾ ਰਹੀਆਂ ਨੇ, ਕਿਉਂਕਿ ਉਹਦੇ ਨਤੀਜੇ ਤੈਅ ਕਰਨਗੇ ਕਿ ਭਾਰਤ ਦਾ ਭਵਿੱਖ ਕਿੱਦਾਂ ਦਾ ਹੈ। ਇੱਕ ਫਾਈਨਲ ਸਟੇਟਮੈਂਟ ਤੁਹਾਡੇ ਵੱਲੋਂ 2024 ਦੀਆਂ ਇਲੈਕਸ਼ਨਸ ਬਾਰੇ ਭਲਾਈ ਸਾਹਿਬ। ਦੇਖੋ 2024 ਦੇ ਵਿੱਚ ਬੜੀ ਵੱਡੀ ਪੱਧਰ ਦੇ ਉੱਤੇ ਚੋਣਾਂ ਹੋਣ ਦੀ ਜਿਹੜੀ ਗੱਲ ਹੋ ਰਹੀ ਆ ਉਹਦੇ ਵਿੱਚ ਵਿਰੋਧੀ ਪਾਰਟੀਆਂ ਦੇ ਇੱਕ ਸੁਰ ਹੁੰਦੀਆਂ ਨੇ, ਕੋਈ ਆਪਣੇ ਮਨ ਦੇ ਵਿੱਚ ਇਸ ਗੱਲ ਲਈ ਗੱਲ ਨਹੀਂ ਰੱਖਦੀਆਂ ਕਿ ਪ੍ਰਧਾਨ ਮੰਤਰੀ ਦਾ ਅਗਲਾ ਕੈਂਡੀਡੇਟ ਕੌਣ ਹੋਏਗਾ ਤੇ ਬੜੀ ਵੱਡੀ ਟੱਕਰ ਜਿਹੜੀ ਹੈ ਉਹ ਭਾਰਤ ਦੇ ਵਿੱਚ ਚੋਣਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਔਰ ਸੰਭਾਵਨਾ ਇਸ ਗੱਲ ਦੀ ਵੀ ਬਣਦੀ ਜਾਏਗੀ ਜੇ ਆਪੋਜੀਸ਼ਨ ਤਕੜੀ ਹੋ ਕੇ ਲੜੇਗੀ ਤਾਂ ਮੋਦੀ ਸਾਹਿਬ ਨੂੰ ਹਰਾਉਣ ਦੇ ਵਿੱਚ ਕਾਮਯਾਬ ਵੀ ਹੋ ਸਕਦੀ ਹੈ। ਬਾਵਜੂਦ ਇਸ ਗੱਲ ਦੇ ਕਿ ਮੋਦੀ ਸਾਹਿਬ ਨੇ IT ਖੇਤਰ ਦਾ ਸਾਰਾ ਵਰਗ ਆਪਣੇ ਹੱਥ ਵਿੱਚ ਕੀਤਾ, ਪ੍ਰੈਸ ਆਪਣੇ ਹੱਥ ਵਿੱਚ ਕੀਤੀ ਹੋਈ ਹੈ, ਉਹਦਾ ਪ੍ਰਚਾਰ ਲਗਾਤਾਰ ਵੱਧਦਾ ਜਾ ਰਿਹਾ ਔਰ ਉਹਦੇ ਵੱਲੋਂ ਆਪਣੇ ਤੌਰ ਤੇ ਉਹਨਾਂ ਦੀ ਪਾਰਟੀ ਵੱਲੋਂ ਲੋਕਾਂ ਦੇ ਨਾਲ ਸੰਪਰਕ ਬਣਾਉਣ ਦਾ ਲਗਾਤਾਰ ਯਤਨ ਹੋ ਰਿਹਾ। ਪਰ ਜਿਸ ਕਿਸਮ ਦਾ ਨਜ਼ਾਰਾ ਸਾਨੂੰ ਕਰਨਾਟਕਾ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਦੇਖਣ ਨੂੰ ਮਿਲਿਆ ਉਹ ਥੋੜਾ ਜਿਹਾ ਭਾਰਤੀ ਲੋਕਾਂ ਲਈ ਸੁੱਖ ਸ਼ਾਂਤੀ ਦਾ ਸੁਨੇਹਾ ਦੇਣ ਵਾਲੀ ਗੱਲ ਹੈ। ਇਸ ਗੱਲ ਦਾ ਸੁਨੇਹਾ ਦੇਣ ਵਾਲੀ ਗੱਲ ਹੈ ਕਿ ਭਾਰਤ ਦੇ ਵਿੱਚ ਹਾਲੇ ਲੋਕਤੰਤਰ ਮੌਜੂਦ ਹੈ ਔਰ ਭਾਰਤੀ ਲੋਕ ਜਿਹੜੇ ਨੇ ਆਪਣੀ ਮਰਜ਼ੀ ਨਾਲ ਆਪਣੇ ਹਿਸਾਬ ਦੇ ਨਾਲ ਆਪਣੇ ਹਿੱਤਾਂ ਲਈ ਕੋਈ ਵੀ ਫੈਸਲਾ ਲੈਣ ਦੇ ਲਈ ਯਤਨ ਕਰ ਸਕਦੇ ਨੇ ਔਰ ਉਸ ਯਤਨ ਦੇ ਵਿੱਚ ਉਹਨਾਂ ਨੂੰ ਕਾਮਯਾਬੀ ਮਿਲ ਸਕਦੀ ਹੈ। ਪਰ ਕੀ ਨੇਤਾ ਲੋਕ ਸਹੀ ਮਾਇਨਿਆਂ ਦੇ ਵਿੱਚ ਆਪੋਜੀਸ਼ਨ ਦੇ ਲੋਕ ਜਿਹੜੇ ਨੇ ਉਹ ਉਹਨਾਂ ਮੁੱਦਿਆਂ ਨੂੰ ਉਠਾ ਸਕਣਗੇ ਕਿ ਸਹੀ ਢੰਗ ਦੇ ਨਾਲ ਕੰਮ ਕਰਕੇ ਲੋਕਾਂ ਨੂੰ ਐਕਜੁੱਟ ਕਰ ਸਕਣਗੇ। ਇਹੋ ਹੀ ਸਾਡੇ ਸਾਹਮਣੇ ਇੱਕ ਸਵਾਲ ਹੈ ਜਿਹੜਾ 2024 ਦੀਆਂ ਇਲੈਕਸ਼ਨਾਂ ਦੇ ਵਿੱਚ ਬੜੀ ਵੱਡੀ ਪੱਧਰ ਤੇ ਸਾਡੇ ਸਾਹਮਣੇ ਦੇਖਣ ਨੂੰ ਮਿਲ ਰਿਹਾ। ਭਲਾਈ ਸਾਹਿਬ, ਥੈਂਕ ਯੂ ਸੋ ਮਚ, ਤੁਸੀਂ ਇਸ ਵਿਸ਼ੇ ਦੇ ਉੱਤੇ ਸਾਨੂੰ ਐਨਲਾਈਟਨ ਕੀਤਾ। ਅਸੀਂ ਹੋਰ ਵਿਸ਼ੇ ਲੈ ਕੇ ਤੁਹਾਡੇ ਤੱਕ ਪਹੁੰਚ ਕਰਦੇ ਰਵਾਂਗੇ। ਥੈਂਕ ਯੂ ਸੋ ਮਚ। ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਇਸ ਵਿਸ਼ੇ ਦੇ ਉੱਤੇ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।